ਬਾਬਾ ਜੀ ਰਾਜ ਸਵਾਮੀ ਜੀ ਕੀ ਬਾਬਾ ਜੀ ਜਿਹੜੀਆਂ ਰੂਹਾਂ ਭਜਨ ਸਿਮਰਨ ਕਰਨੀਆਂ ਉਹਨਾਂ ਨੂੰ ਦੁੱਖ ਤਕਲੀਫਾਂ ਜ਼ਿਆਦਾ ਚੱਲਣੀਆਂ ਪੈਂਦੀਆਂ। ਨਹੀਂ ਬੇਟਾ, ਇਹ ਪਤਾ ਨਹੀਂ ਸਰਸੰਗੀਆਂ 'ਚ ਕਿਉਂ ਇਸ ਚੀਜ਼ ਦਾ ਭਰਮ ਹੈਗਾ। ਹੁਣ ਕਰਮ ਤਾਂ ਬੇਟਾ ਹਰੇਕ ਜਾਣਾ ਆਪਣੇ ਨਾਲ ਲੈ ਕੇ ਆਇਆ, ਹਿਸਾਬ ਕਿਤਾਬ ਆਪਣੇ ਕਰਮਾਂ ਦਾ ਦੇਣਾ ਪਊਗਾ। ਕੋਈ ਨਾਲ ਤੁਹਾਨੂੰ ਕਰਮ ਦੇ ਨਹੀਂ ਸਕਦਾ, ਕੋਈ ਤੁਹਾਡੇ ਲੈ ਨਹੀਂ ਸਕਦਾ। ਹੁਣ ਆਪਣਾ ਕੀ ਲਕਸ਼ ਹੈ ਕਿ ਆਪਾਂ ਕਰਮਕਾਂਡ 'ਚੋਂ ਨਿਕਲੀਏ, ਆਪਾਂ ਵਾਪਸ ਆਪਣੇ ਸੱਚੇ ਘਰ ਜਾਈਏ। ਬੇਟਾ ਜੇ ਇਹੀ ਆਪਣਾ ਲਕਸ਼ ਹੈ ਤਾਂ ਜਿੰਨੀ ਛੇਤੀ ਮਾਲਿਕ ਉਹ ਕਰਮਾਂ ਨੂੰ ਖਤਮ ਕਰੂਗਾ ਉਨਾ ਸਾਨੂੰ ਬਿਹਤਰ ਹੋਊਗਾ, ਉਨਾ ਸਾਡਾ ਬੋਝ ਹਲਕਾ ਹੋਊਗਾ। ਹੁਣ ਜਿਹੜਾ ਕਹਿੰਦਾ ਬਈ ਮੈਂ ਤਾਂ ਇੱਥੇ ਹੀ ਰਹਿਣਾ ਹੈ, ਉਹ ਕਰਮ ਬਣਾਈ ਜਾਊਗਾ ਬੇਟਾ। ਮਗਰ ਇਹ ਕਹਿਣਾ ਕਿ ਜੀ ਸਰਸੰਗੀਆਂ ਨੂੰ ਜ਼ਿਆਦਾ ਭੋਗਣਾ ਪੈਂਦਾ, ਇਸ ਤਰ੍ਹਾਂ ਨਹੀਂ ਹੁੰਦਾ। ਬਾਬਾ ਜੀ ਦੂਜਾ ਕੁਐਸਚਨ 2009 ਤੋਂ ਲੋਕ ਸੇਵਾ ਤੇ ਹੁੰਦੇ ਸੀ, ਜਦੋਂ ਤੋਂ ਹੁਣ ਹਟ ਗਏ ਉਦੋਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਨੇ ਘੇਰ ਲਿਆ। ਕੀ ਇਹ ਸੇਵਾ ਦਾ ਕਰਕੇ ਨਾ ਆਉਣ ਕਰਕੇ? ਬੇਟਾ ਆਪਾਂ ਸਾਰਿਆਂ ਨੇ ਨਾ, ਦੇਖੋ ਆਪਾਂ ਧਿਆਨ ਦਿੰਦੇ ਆ ਕਿ ਆਪਾਂ ਨੂੰ ਜੋ ਨਹੀਂ ਕਰਨਾ ਚਾਹੀਦਾ ਨੰਨਾ ਲੈ ਕੇ ਚੱਲਦੇ ਆ। ਆਪਾਂ ਨੂੰ ਦੇਖਣਾ ਚਾਹੀਦਾ ਕਿ ਆਪਾਂ ਕੀ ਕਰਨਾ ਹੈ। ਜੇ ਕਰਾਂਗੇ ਭਜਨ ਸਿਮਰਨ ਕਰਾਂਗੇ, ਅੰਦਰੋਂ ਰਸ ਆਊਗਾ, ਮਿਠਾਸ ਆਊਗੀ, ਇਹ ਸਭ ਚੀਜ਼ਾਂ ਫਿੱਕੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਨੰਨਾ ਲੈ ਕੇ ਨਾ ਚੱਲੋ, ਉਸ ਚੀਜ਼ ਦੇ ਉੱਤੇ ਧਿਆਨ ਦਿਓ ਕਿ ਕਰਨਾ ਕੀ ਹੈ। ਜਿਵੇਂ ਜਿਵੇਂ ਉਹਨੂੰ ਕਰੋਗੇ, ਠੀਕ ਹੈ, ਅੰਦਰੋਂ ਮਨ ਵਿੱਚ ਠਹਿਰਾ ਆਊਗਾ, ਆਪਣੇ ਆਪ ਤਾਕਤ ਮਿਲੂਗੀ ਕਿ ਆਪਾਂ ਇਹਨਾਂ ਤੇ ਕਾਬੂ ਪਾ ਸਕੀਏ। Yes, Baba Ji, I am still without Namdan. So first of all, I request you, please pity on me and bless me with your Namdan. And my first question is, what should I do to make you happy? Be a good human being ਬੇਟਾ, ਚੰਗੇ ਇਨਸਾਨ ਬਣੋ। ਕਿਉਂਕਿ ਹਰੇਕ ਚੀਜ਼ ਦੀ ਨੀਂਹ ਇਨਸਾਨੀਅਤ ਉੱਤੇ ਰੱਖੀ ਹੈ ਬੇਟਾ। ਜੇ ਆਪਾਂ ਚੰਗੇ ਇਨਸਾਨ ਨਹੀਂ ਤਾਂ ਸਾਡੇ ਤੋਂ ਨਾ ਆਪਣਾ ਭਜਨ ਸਿਮਰਨ ਵੀ ਨਹੀਂ ਹੋਣਾ ਬੇਟਾ। ਸੋ ਨੀਂਹ ਤਾਂ ਬਣਾਓ ਨਾ ਭਜਨ ਸਿਮਰਨ ਦੀ। So my second question, what should I beg from you in prayer? ਕੁਛ ਵੀ ਨਹੀਂ ਬੇਟਾ, ਜਿਹੜਾ ਦੇਣ ਦੀ ਤਾਕਤ ਰੱਖਦਾ ਉਹ ਜਾਣਨ ਦੀ ਵੀ ਤਾਕਤ ਰੱਖਦਾ। ਆਪਾਂ ਮੰਗ ਕੇ ਆਪਣਾ ਦਾਇਰਾ ਛੋਟਾ ਕਰਕੇ ਬਹਿ ਜਾਵਾਂਗੇ। ਸੋ ਇਸ ਕਰਕੇ ਕਿਆ ਮੰਗੂ, ਕੁਛ ਥਿਰ ਨਾ ਰਹਾ ਹੈ। ਜੋ ਉਹਨੇ ਦੇਣਾ ਉਹ ਤਾਂ ਦੇਣਾ ਹੀ ਦੇਣਾ ਬੇਟਾ। ਆਪਾਂ ਕਿਉਂ ਮੂੰਹ ਖੋਲ ਕੇ ਆਪਣਾ ਦਾਇਰਾ ਛੋਟਾ ਕਰਦੇ ਹਾਂ। So thank you, Baba Ji, for this chance. ਰਾਜਸਥਾਨ ਬਾਬਾ ਜੀ, ਰਾਜਸਥਾਨ ਬਾਬਾ ਜੀ, ਮੈਂ ਭਜਨ ਸਿਮਰਨ ਤੇ ਦਿਲ ਨਹੀਂ ਲੱਗਦਾ। ਕਿਵੇਂ ਦਿਲ ਲਾਵਾਂ ਤੁਹਾਡੇ ਸਾਰਿਆਂ ਦਾ? ਕੀ ਹੋ ਗਿਆ ਤੁਹਾਡੇ ਦਿਲਾਂ ਨੂੰ ਬੇਟਾ? ਬੈਠ ਨਹੀਂ ਹੁੰਦਾ ਬਹੁਤ। ਨਹੀਂ, ਮੈਨੂੰ ਇਹ ਦੱਸੋ, ਆਪਾਂ ਰੋਜ਼ ਭੁੱਖ ਲੱਗੀ ਹੋਵੇ ਨਾ ਲੱਗੀ ਹੋਵੇ ਆਪਾਂ ਰੋਟੀ ਖਾਂਦੇ ਆ ਕਿ ਨਹੀਂ ਖਾਂਦੇ? ਹਾਂਜੀ ਆਪਣੀ ਲੋੜ ਨੂੰ ਖਾਂਦੇ ਆ। ਹਾਂਜੀ ਉਸੇ ਤਰ੍ਹਾਂ ਬੇਟਾ ਸਾਨੂੰ ਭਜਨ ਸਿਮਰਨ ਦੀ ਲੋੜ ਹੈ, ਕਿਉਂਕਿ ਇਹ ਤਾਂ ਸਰੀਰ ਵਾਸਤੇ ਹੈ। ਹਾਂਜੀ ਆਪਾਂ ਆਤਮਾ ਦਾ ਵੀ ਖਿਆਲ ਰੱਖਣਾ ਹੈ ਨਾ। ਹਾਂਜੀ ਤੇ ਜਿੰਨਾ ਚਿਰ ਆਪਾਂ ਭਜਨ ਸਿਮਰਨ ਨਹੀਂ ਕਰਾਂਗੇ, ਆਤਮਾ ਨੂੰ ਖੁਰਾਕ ਨਹੀਂ ਮਿਲੂਗੀ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਣ ਲੱਗੀ। ਸੋ ਇਹਦੀ ਲੋੜ ਸਾਨੂੰ ਹੈ, ਕਿਸੇ ਹੋਰ ਨੂੰ ਨਹੀਂ। ਕੀ ਹੁਣ ਜਿਵੇਂ ਕੋਈ ਮਿਹਨਤ ਕਰਦਾ ਹੈ ਜਾਂ ਨੌਕਰੀ ਤੇ ਜਾਂਦਾ ਹੈ, ਭਾਵੇਂ ਤਬੀਅਤ ਠੀਕ ਹੋਵੇ ਨਾ ਹੋਵੇ, ਜਾਂਦਾ ਕਿ ਨਹੀਂ ਜਾਂਦਾ? ਹਾਂਜੀ ਕਿਉਂਕਿ ਜੇ ਨਹੀਂ ਜਾਊਗਾ ਤਾਂ ਤਨਖਾਹ ਨਹੀਂ ਮਿਲਣੀ। ਹਾਂਜੀ ਸੋ ਉਸੇ ਤਰ੍ਹਾਂ ਬੇਟਾ, ਜਿੰਨਾ ਚਿਰ ਆਪਾਂ ਨਹੀਂ ਕਰਾਂਗੇ ਤਾਂ ਆਪਾਂ ਨੂੰ ਕਿਵੇਂ ਮਿਲੂਗਾ ਬੇਟਾ? ਹਾਂਜੀ ਹਾਂਜੀ ਸੋ ਇਹ ਤਾਂ ਆਪਾਂ ਮਨ ਮਾਰ ਕੇ ਬੈਠੀਏ। ਠੀਕ ਹੈ ਜੀ। ਰਾਜਸਥਾਨ ਬਾਬਾ ਜੀ। ਬਾਬਾ ਜੀ ਮੇਰਾ ਇਹ ਸਵਾਲ ਹੈ ਜੀ, ਤੁਹਾਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ, ਸਾਨੂੰ ਛੱਡ ਕੇ ਕਿਉਂ ਚਲੇ ਜਾਂਦੇ ਨੇ ਬਾਬਾ ਜੀ? ਬੇਟਾ ਦੁਨੀਆ ਵਿੱਚ ਕੋਈ ਸਦਾ ਵਾਸਤੇ ਕਿਸੇ ਦੇ ਨਾਲ ਰਹਿ ਸਕਦਾ? ਇਹ ਤਾਂ ਹੈ ਹੀ ਬੇਟਾ ਆਉਣ ਜਾਣ ਦੀ ਦੁਨੀਆ। ਆਉਂਦੇ ਵੀ ਰਹਿਣਗੇ ਔਰ ਜਾਂਦੇ ਵੀ ਰਹਿਣਗੇ। ਹੈ ਕੋਈ ਘਰ ਬੇਟਾ ਜਿਹਦੇ ਵਿੱਚ ਕੋਈ ਗਿਆ ਨਹੀਂ ਗਾ। ਸੋ ਆਪਾਂ ਇਹਨਾਂ ਚੀਜ਼ਾਂ ਦਾ ਬੋਝ ਨਹੀਂ ਆਪਣੇ ਉੱਤੇ ਪਾਉਣਾ। ਜਦੋਂ ਆਪਾਂ ਨੂੰ ਪਤਾ ਹੈਗਾ ਕਿ ਇੱਥੇ ਸਦਾ ਵਾਸਤੇ ਕੋਈ ਚੀਜ਼ ਨਹੀਂ ਰਹਿ ਸਕਦੀ, ਜਾਂ ਤਾਂ ਮੈਨੂੰ ਕਹੋ ਨਾ ਕਿ ਆਪਾਂ ਨੂੰ ਪਤਾ ਨਹੀਂ ਹੈ ਕੋਈ ਚੀਜ਼ ਜਿਹੜੀ ਸਦਾ ਵਾਸਤੇ ਇੱਥੇ ਰਹਿ ਸਕਦੀ ਹੈ। ਜੀ ਵੱਡੇ ਵੱਡੇ ਮਹਾਂਪੁਰਖ ਆਏ, ਉਹ ਨਹੀਂ ਰਹੇ ਬੇਟਾ, ਉਹਨਾਂ ਨੇ ਵੀ ਇੱਕ ਦਿਨ ਛੱਡ ਕੇ ਜਾਣਾ ਹੀ ਪਿਆ। ਹਾਂਜੀ ਤਾਂ ਫਿਰ ਬੇਟਾ ਇਹ ਤਾਂ ਦੁਨੀਆ ਦੀ ਰੀਤ ਹੈ। ਬਾਬਾ ਜੀ ਫਿਰ ਵੀ ਆਈ ਰਹਤੇ। ਬਾਬਾ ਜੀ ਤੁਸੀਂ ਆਏ ਕਿਉਂ ਕੀਤਾ, ਮੇਰੇ ਨਾਲ ਕਿਉਂ ਕੀਤਾ, ਬੱਚਿਆਂ ਨਾਲ ਕਿਉਂ ਕੀਤਾ ਬਾਬਾ ਜੀ?
ਹੋਰ ਕਿਸੇ ਨਾਲ ਆਪਾਂ ਕੀ ਸਾਨੂੰ ਕਿਸੇ ਨਾਲ ਦੁਸ਼ਮਣੀ ਆ ਕਿ ਉਹਨਾਂ ਦੇ ਘਰ ਹੁੰਦਾ ਮੇਰੇ ਘਰ ਨਾ ਹੁੰਦਾ ਬੇਟਾ? ਸਾਰਾ ਅੱਜ ਬਾਬਾ ਜੀ। ਸਭ ਕੁਛ ਹੁਕਮੀ ਆਮਦਾ, ਸਭ ਕੁਛ ਹੁਕਮੀ ਜਾਏ, ਜੇ ਕੋ ਮੂਰਖ ਆਪੇ ਜਾਣੇ ਅੰਧਾ ਅੰਧ ਕਮਾਏ। ਹੁਣ ਬੇਟਾ ਇਹ ਆਪਣਾ ਸਵਾਰਥ ਹੈ ਕਿ ਆਪਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ। ਸਾਡਾ ਲਕਸ਼ ਕੀ ਹੈ ਕਿ ਇੱਕ ਦਿਨ ਅਸੀਂ ਆਪਣੇ ਮਾਲਕ ਕੋਲੇ ਚਲੇ ਜਾਈਏ, ਤੇ ਜੇ ਮਾਲਕ ਦੀ ਬਖਸ਼ਿਸ਼ ਦੂਜੇ ਦੇ ਉੱਤੇ ਹੋ ਗਈ, ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਕਮੀ ਕਰਨੀ ਚਾਹੀਦੀ ਹੈ ਬੇਟਾ? ਅਸੀਂ ਤਾਂ ਆਪਣੀ ਕਮੀ ਦੇਖਦੇ ਹਾਂ, ਉਹਦੇ ਵੱਲੋਂ ਵੀ ਤਾਂ ਦੇਖੀਏ ਨਾ। ਜੇ ਉਹਦੇ ਵਾਸਤੇ ਬਿਹਤਰ ਹੈ ਤਾਂ ਸਾਨੂੰ ਉਹਦੀ ਬਿਹਤਰੀ ਦੇਖਣੀ ਚਾਹੀਦੀ ਹੈ ਕਿ ਆਪਾਂ ਆਪਣੀ ਕਮੀ ਦੇਖੀਏ ਬੇਟਾ। ਜੇ ਕਿਸੇ ਨੂੰ ਮਾਲਿਕ ਕਰਮਕਾਂਡ ਚੋਂ ਕੱਢ ਕੇ ਲੈ ਗਿਆ, ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਗਮੀ ਹੋਣੀ ਚਾਹੀਦੀ ਹੈ? ਖੁਸ਼ ਹੋਣੀ ਚਾਹੀਦੀ। ਫਿਰ ਬੇਟਾ ਆਪਾਂ ਆਪਣਾ ਸਵਾਰਥ ਨਾ ਦੇਖੀਏ। ਬਾਬਾ ਜੀ ਹੁਣ ਬੱਚੇ ਨੇ, ਤੁਸੀਂ ਬਾਪ ਉਹਨਾਂ ਨੂੰ ਸਹੀ ਰਸਤਾ ਦਿਖਾਉਣ ਤੇ ਪਰਿਵਾਰ ਤੇ ਦਿਆ ਮੇਰ ਦਾ ਹੱਥ ਬਣਾਈ ਰੱਖਣੇ ਰਾਸ। ਬਾਬਾ ਜੀ ਮੇਰਾ ਪਹਿਲਾ ਸਵਾਲ ਹੈ, ਮੈਂ ਮੇਰੀ ਤੇ ਹਉਮੈ ਕਿਵੇਂ ਖਤਮ ਕਰਾਂ ਤੇ ਗੁੱਸਾ ਵੀ ਕਿਵੇਂ ਖਤਮ ਕਰਾਂ? ਬੇਟਾ ਗੁੱਸੇ ਕਿਉਂ ਹੁੰਦੇ ਆ? ਆਪ ਜਲਦਬਾਜ਼ੀ ਵਿੱਚ ਹੁੰਦੇ ਆ। ਜੇ ਆਪਾਂ ਸਮਝ ਕੇ ਚੱਲੀਏ ਤਾਂ ਗੁੱਸਾ ਨਹੀਂ ਆ ਸਕਦਾ। ਹੁਣ ਕੋਈ ਵੀ ਗਲਤ ਕੰਮ ਜਾਣ ਕੇ ਨਹੀਂ ਕਰਦਾ, ਉਹਦੀ ਸੋਚ ਅਲੱਗ ਹੋ ਸਕਦੀ ਹੈ ਜਾਂ ਉਹਦੀ ਸਮਝ ਉਸੇ ਤਰ੍ਹਾਂ ਸੀਗੀ, ਇਸ ਕਰਕੇ ਉਹਨੇ ਕੰਮ ਉਹੋ ਜਿਹਾ ਕੀਤਾ। ਹੁਣ ਗੁੱਸੇ ਦੇ ਨਾਲ ਕੀ ਉਹ ਹੱਲ ਹੋ ਜਾਊਗਾ? ਨਹੀਂ। ਜਿਹੜੀ ਚੀਜ਼ ਪਿਆਰ ਦੇ ਨਾਲ ਹੋ ਸਕਦੀ ਹੈ, ਕਿਉਂ ਆਪਾਂ ਗਿਲੇ ਸ਼ਿਕਵਿਆਂ ਨਾਲ ਕਰਦੇ ਹਾਂ ਬੇਟਾ? ਸੋ ਸੋਚ ਵਿਚਾਰ ਕੇ ਚੱਲੀਏ। ਕੱਲ ਨੂੰ ਸਾਡੇ ਨਾਲ ਵੀ ਸਾਨੂੰ ਸਮਝਾਉਂਦੇ ਹੋਏ ਕੋਈ ਗੁੱਸੇ ਨਾਲ ਚੱਲੇ, ਆਪਾਂ ਨੂੰ ਚੰਗਾ ਲੱਗੂਗਾ? ਹੁਣ ਤੁਸੀਂ ਮੈਨੂੰ ਸਵਾਲ ਕੀਤਾ, ਮੈਂ ਗੁੱਸੇ ਨਾਲ ਜਵਾਬ ਦੇਣਾ, ਚੰਗਾ ਲੱਗੂਗਾ? ਜੀ। ਫਿਰ ਸਾਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਬੇਟਾ। ਤੇ ਮੇਰਾ ਦੂਜਾ ਸਵਾਲ ਹੈ, ਮੇਰੀ ਵਾਈਫ ਐਕਚੁਅਲੀ ਡਾਕਟਰ ਹੈ ਤੇ ਉਹ ਚਾਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਅੰਡੇ ਦੇਵੇ ਤਾਂ ਕਿ ਉਹ ਤੰਦਰੁਸਤ ਪੈਦਾ ਹੋਣ, ਉਹ ਤੰਦਰੁਸਤ ਰਹਿਣ ਸਾਰੀ ਜ਼ਿੰਦਗੀ। ਤੇ ਮੈਂ ਨਹੀਂ ਚਾਹੁੰਦਾ ਇਹ ਚੀਜ਼ ਨੂੰ, ਸਾਡੇ ਖਾਂਦੇ ਵੀ ਨਹੀਂ ਗਏ। ਕੀ ਦੇ ਉਹ ਐਗਸ ਦੇਣਾ ਚਾਹੁੰਦੀ ਹੈ ਬੱਚਿਆਂ ਨੂੰ ਤਾਂ ਕਿ ਉਹ ਤੰਦਰੁਸਤ ਰਹਿਣ। ਮੈਂ ਤੈਨੂੰ ਕਮਜ਼ੋਰ ਲੱਗਦਾ ਬੇਟਾ? ਨਹੀਂ, ਉਹਨੂੰ ਐ ਨਹੀਂ, ਮੈਂ ਜਦੋਂ ਸਕੂਲ ਵਿੱਚ ਮੈਨੂੰ ਮੇਰੇ ਫਾਦਰ ਦਾਖਲ ਕਰਾਉਣ ਗਏ ਨਾ, ਅੰਗਰੇਜ਼ ਸੀਗਾ, ਤਾਂ ਮੇਰੇ ਫਾਦਰ ਨੇ ਕਿਹਾ ਕਿ ਜੀ ਅਸੀਂ ਵੈਜੀਟੇਰੀਅਨ ਪਰਿਵਾਰ ਤੋਂ ਹਾਂ। ਤਾਂ ਉਹਨੇ ਕਿਹਾ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਚੰਗੀ ਤਰ੍ਹਾਂ ਪੜ੍ਹੇ? ਤੇ ਮੇਰੇ ਫਾਦਰ ਕਾਫੀ ਚੰਗੇ ਤਕੜੇ ਸੀਗੇ, ਤਾਂ ਉਹਨਾਂ ਨੇ ਕਿਹਾ ਮੈਂ ਮਾੜਾ ਲੱਗਦਾ? ਉਹਨਾਂ ਨੇ ਕਿਹਾ ਨਹੀਂ। ਕਹਿੰਦੇ ਫਿਰ ਮੇਰਾ ਬੱਚਾ ਕਿਉਂ ਮਾੜਾ ਹੋਊਗਾ? ਇਹ ਸਾਡੀ ਗਲਤਫਹਿਮੀ ਹੈ ਬੇਟਾ। ਸਾਰੀ ਦੁਨੀਆ ਤਾਂ ਹੁਣ ਕਹਿ ਰਹੀ ਹੈ ਕਿ ਜੀ ਵੈਜੀਟੇਰੀਅਨਿਜ਼ਮ ਚੰਗੀ ਹੈ, ਵੈਜੀਟੇਰੀਅਨਿਜ਼ਮ ਚੰਗੀ ਹੈ। ਅਸੀਂ ਦੂਜੇ ਪਾਸੇ ਤੁਰਨਾ ਸ਼ੁਰੂ ਕਰਤਾ। ਕੋਈ ਇਹੋ ਜੀ ਤਾਕਤ ਨਹੀਂ ਜਿਹੜੀ ਤੁਹਾਨੂੰ ਅੰਡੇ 'ਚੋਂ ਮਿਲੂਗੀ, ਜਿਹੜੀਆਂ ਦੂਜੀਆਂ ਚੀਜ਼ਾਂ 'ਚੋਂ ਨਹੀਂ ਮਿਲ ਸਕਦੀ। ਫਿਰ ਕਾਹਨੂੰ ਆਪਾਂ ਕਿਸੇ ਚੀਜ਼ ਦੀ ਹੱਤਿਆ ਕਰਦੇ? ਬਾਬਾ ਜੀ ਜਦ ਮੈਂ ਸਿਮਰਨ ਤੇ ਬੈਠਦੀ ਹਾਂ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਅਤੇ ਵੱਡੇ ਬਾਬਾ ਜੀ ਮੇਰੇ ਸਾਹਮਣੇ ਕੁਰਸੀ ਤੇ ਬੈਠੇ ਹੋ। ਪਰ ਕੁਝ ਟਾਈਮ ਬਾਅਦ ਮੈਨੂੰ ਇਹ ਲੱਗਦਾ ਵੀ ਇਹ ਸਿਰਫ ਮੇਰੀ ਇਮੇਜਿਨੇਸ਼ਨ ਆ ਤੇ ਮੇਰਾ ਧਿਆਨ ਨਹੀਂ ਲੱਗਦਾ ਸਿਮਰਨ 'ਚ। ਬੇਟਾ ਇਮੈਜਿਨੇਸ਼ਨ ਨਹੀਂ ਹੁੰਦੀ। ਜੇ ਪਹਿਲਾਂ ਦਾ ਸਾਡਾ ਕੋਈ ਪ੍ਰਭਾਵ ਜਾਂ ਸਾਥ ਹੋਵੇ ਨਾ, ਤਾਂ ਸਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ। ਇਹ ਤਾਂ ਚੰਗੀ ਗੱਲ ਹੈ ਬੇਟਾ, ਮਗਰ ਉਹਨੂੰ ਦੇਖ ਕੇ ਉਹ ਪੋਜ਼ਿਟਿਵਿਟੀ ਲੈ ਕੇ ਤਾਂ ਫਿਰ ਸਾਨੂੰ ਭਜਨ ਸਿਮਰਨ ਵਿੱਚ ਹੋਰ ਧਿਆਨ ਦੇਣਾ ਚਾਹੀਦਾ ਬੇਟਾ। ਮਾਲਿਕ ਦੇਖੋ, ਲੋਕ ਤਾਂ ਤਰਸਦੇ ਹੈ ਕਿ ਸਾਨੂੰ ਧਿਆਨ ਹੋਵੇ। ਜੇ ਮਾਲਿਕ ਸਾਨੂੰ ਦਰਸ਼ਨ ਦੇ ਰਿਹਾ ਹੈ ਤਾਂ ਸਾਨੂੰ ਉਹਨੂੰ ਹਜਮ ਕਰਕੇ ਤਾਂ ਹੋਰ ਭਜਨ ਸਿਮਰਨ ਕਰਨਾ ਚਾਹੀਦਾ। ਬਾਬਾ ਜੀ ਮੈਂ ਸਿਮਰਨ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾ ਰਹੀ ਹੈ। ਨਹੀਂ ਬੇਟਾ, ਉਹ ਤਾਂ ਹੁਣ ਜਿੰਨਾ ਚਿਰ ਆਪਾਂ ਪੂਰਾ ਵਕਤ ਨਹੀਂ ਦੇਵਾਂਗੇ। ਹੁਣ ਜੇ ਆਪਾਂ ਕਹੀਏ ਕਿ 5 ਮਿੰਟਾਂ 'ਚ ਮੈਂ ਰੋਟੀ ਬਣਾ ਲੂੰਗੀ, ਤਾਂ 5 ਮਿੰਟਾਂ 'ਚ ਕਿਹੜੀ ਰੋਟੀ ਬਣ ਜੂਗੀ ਆਪਣੇ ਤੋਂ? ਵਕਤ ਤਾਂ ਪੂਰਾ ਦੇਣਾ ਪਊਗਾ ਨਾ। ਹੁਣ ਬੱਚਾ ਕਹੇ ਜੀ ਮੈਂ 5 ਮਿੰਟਾਂ 'ਚ ਮੈਂ ਸਾਰਾ ਸਬਕ ਸਿੱਖ ਲੂੰਗਾ, ਕੀ ਸਿੱਖੂਗਾ 5 ਮਿੰਟਾਂ 'ਚ ਬੇਟਾ? ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੂਰਾ ਵਕਤ ਨਹੀਂ ਦੇਵਾਂਗੇ ਤਾਂ ਕਿਵੇਂ ਆਪਣੀ ਗੱਲ ਬਣੂਗੀ? ਨਹੀਂ ਬਾਬਾ ਜੀ, ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ। ਤੁਸੀਂ ਮੈਨੂੰ ਪ੍ਰੋਮਿਸ ਕਰੋ ਜੇ ਮੈਂ ਭਜਨ ਤੇ ਬੈਠ ਜਾਵਾਂ ਤਾਂ ਤੁਸੀਂ ਮੈਨੂੰ ਉੱਠਣ ਨਾ ਦਿਓ ਪਲੀਜ਼। ਬਸ ਜੇ ਆਪਾਂ ਪੂਰਾ ਵਕਤ ਦੇਵਾਂਗੇ, ਬਾਕੀ ਉਹਦੀ ਜ਼ਿੰਮੇਵਾਰੀ ਹੈ। ਤੁਸੀਂ ਪ੍ਰੋਮਿਸ ਕਰੋ ਬਾਬਾ ਜੀ ਪਲੀਜ਼। ਬਾਬਾ ਜੀ ਮੇਰਾ ਬੇਟਾ ਹੈ 14 ਸਾਲ ਦਾ, ਤੇ ਉਸਦੇ ਪਾਪਾ ਚਾਹੁੰਦੇ ਆ ਕਿ ਉਹਨੂੰ ਵਧੀਆ ਆਫੀਸਰ ਬਣਾਉਣ, ਪਰ ਉਹ ਥੋੜਾ ਆਲਸੀ ਹੈ ਬਾਬਾ ਜੀ। ਨਹੀਂ, ਉਹ ਬਚਪਨ ਵਿੱਚ ਸਾਰੇ, ਹੁਣ ਜੇ ਆਪਾਂ ਮਾਂ-ਬਾਪ ਦੇ ਸਿਰ ਦੇ ਉੱਤੇ ਮौज ਮੇਲਾ ਨਹੀਂ ਕਰਾਂਗੇ ਤੇ ਫਿਰ ਕਦੋਂ ਕਰਾਂਗੇ? ਹਾਂ, ਉਹ ਕਹਿ ਤਾਂ ਦਿੰਦਾ ਮੰਮਾ ਮੈਂ ਕਰ ਲੂੰਗਾ ਪਰ ਕਰਦਾ ਨਹੀਂ ਹੈ। ਨਹੀਂ ਕੋਈ ਨਹੀਂ ਬੇਟਾ, ਜਿਵੇਂ ਜਿਵੇਂ ਵੱਡਾ ਹੋਊਗਾ ਜ਼ਿੰਮੇਵਾਰੀ ਪਊਗੀ, ਆਪਣੇ ਆਪ ਮਿਹਨਤ ਕਰੂਗਾ। ਮਗਰ ਇੰਨਾ ਵੀ ਬੋਝ ਨਾ ਪਾਇਆ ਕਰੋ ਬੱਚਿਆਂ ਦੇ ਉੱਤੇ। ਠੀਕ ਹੈ ਬਾਬਾ ਹਾਂ, ਜੀ। ਥੋੜਾ ਜਿਹਾ ਤਾਂ ਮਾਂ-ਬਾਪ ਦੇ ਸਿਰ ਤੇ ਹੀ ਮौज ਮੇਲੇ ਕਰਨਗੇ ਬੱਚੇ,
ਠੀਕ ਹੈ ਬਾਬਾ ਜੀ। ਬਾਬਾ ਜੀ ਤੁਸੀਂ ਕਹਿੰਦੇ ਵੀ ਜੋ ਕਿਸਮਤ 'ਚ ਹੈ ਉਹ ਜ਼ਰੂਰ ਮਿਲੂਗਾ। ਬਾਕੀ ਫਿਰ ਜੇ ਕੁਝ ਪਿਓ ਕੋਲ ਮੰਗਣਾ, ਪਿਓ ਤਾਂ ਪੂਰੀ ਕਰ ਹੀ ਦਿੰਦਾ ਬੱਚਿਆਂ ਦੀ ਖੁਆਇਸ਼। ਨਹੀਂ ਬੇਟਾ, ਤੁਸੀਂ ਜੋ ਮਰਜ਼ੀ ਮੰਗੀ ਜਾਓ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਾ ਮੰਗੋ, ਹਾਂਜੀ ਮੰਗੋ। ਪੰਜਾਬੀ 'ਚ ਕਹਿੰਦੇ ਆ ਜੇ ਮੰਗਣਾ ਤਾਂ ਮੂੰਹ ਖੋਲ ਕੇ ਮੰਗੀ ਆ, ਛੱਟ ਕਿਉਂ ਮੰਗੀ ਆ। ਮਗਰ ਮਕਸਦ ਇਹ ਹੈ ਕਿ ਆਪਾਂ ਥੋੜਾ ਜਿਹਾ ਮੈਚਿਓਰਿਟੀ ਨੂੰ ਅੱਗੇ ਰੱਖ ਕੇ ਮੰਗਣਾ ਕੀ ਹੈ, ਇਹ ਤਾਂ ਪਿਓ ਨੂੰ ਸਮਝਾਉਣਾ ਚਾਹੀਦਾ। ਹੁਣ ਬੱਚਾ ਗਲਤ ਚੀਜ਼ਾਂ ਮੰਗੀ ਜਾਊਗਾ ਤਾਂ ਪਿਓ ਸਮਝਾਊਗਾ ਕਿ ਨਹੀਂ ਸਮਝਾਊਗਾ ਕਿ ਬੇਟਾ ਇਹਨੂੰ ਲੈ ਕੇ ਕੀ ਕਰੇਗਾ ਤੂੰ। ਹੁਣ ਪਿਓ ਬੈਠਾ ਹੈਗਾ ਸਾਰਾ ਕੁਝ ਦੇਣ ਨੂੰ ਤਿਆਰ ਹੈ, ਔਰ ਤੁਸੀਂ ਕਹੋ ਜੀ ਮੈਨੂੰ ਬਸ ਇਹੋ ਜਿਹੀ ਚੀਜ਼ ਦੇ ਦਿਓ ਜਿਹੜੀ 2-3 ਮਿੰਟ ਰਹੂਗੀ, ਬਾਕੀ ਫਿਰ ਖਤਮ ਹੋ ਜਾਊਗੀ। ਉਹੀ ਸਮਝਾਊਗਾ ਕਿ ਬੇਟਾ ਜੇ ਲੈਣੀ ਹੈ ਤਾਂ ਉਹੋ ਜਿਹੀ ਚੀਜ਼ ਲੈ ਜਿਹੜਾ ਤੇਰੇ ਨਾਲ ਨਿਭੂਗੀ। ਹੁਣ ਕਿਹੜੀ ਚੀਜ਼ ਨਿਭੂਗੀ ਆਪਣੇ ਨਾਲ? ਆਪਾਂ ਦੁਨਿਆਵੀ ਚੀਜ਼ਾਂ ਮੰਗਦੇ ਆ, ਥੋੜੀ ਦੇਰ ਉਹਨਾਂ ਦਾ ਚਾਅ ਰਹਿੰਦਾ ਹੈਗਾ, ਖਤਮ ਹੋ ਜਾਂਦੀਆਂ। ਤੇ ਜੇ ਆਪਾਂ ਮਾਲਿਕ ਤੋਂ ਮਾਲਿਕ ਨੂੰ ਮੰਗੀਏ ਤਾਂ ਉਹਦੀ ਕਾਇਨਾਤ ਆਪਣੇ ਆਪ ਸਾਡੇ ਕਦਮਾਂ 'ਚ ਆ ਜਾਊਗੀ। ਤਾਂ ਕਿਹੜੀ ਚੀਜ਼ ਵਿੱਚ ਬਿਹਤਰੀ ਹੈ ਬੇਟਾ? ਬਾਬਾ ਜੀ ਆਪਣੀ ਦਇਆ ਮਿਹਰ ਬਣਾਈ ਰੱਖਣਾ। ਨਹੀਂ, ਇਹ ਯਾਦ ਰੱਖੋ ਕਿ ਕਈ ਵਾਰੀ ਨਾ ਮਾਲਿਕ ਸਾਡੀਆਂ ਮੰਗਾਂ ਪੂਰੀਆਂ ਵੀ ਕਰ ਦੂਗਾ, ਅੱਛਾ ਮਗਰ ਫਿਰ ਹਿਸਾਬ ਕਿਤਾਬ ਤਾਂ ਸਾਨੂੰ ਦੇਣਾ ਪਊਗਾ। ਠੀਕ ਹੈ। ਸੋ ਇਸ ਕਰਕੇ ਸਹੀ ਚੀਜ਼ ਮੰਗੀਏ। ਬਾਕੀ ਪਿਓ ਤਾਂ ਜਾਨੀ ਜਾਨ ਹੀ ਹੈ। ਫਿਰ ਪੁੱਠੀਆਂ ਚੀਜ਼ਾਂ ਮੰਗੇਗਾ ਜੀ। ਨਹੀਂ, ਜੇ ਤੁਸੀਂ ਠੀਕ ਸਮਝੋਗੇ ਜ਼ਰੂਰ ਬਖਸ਼। बेटा मालिक तो सिर्फ मालिक मंगना है, रूहानियत मंगनी है। बाकी चीज़ां बेटा आंदियां जांदियां रहणगियां। ठीक है भाई। बाकी दूसरी एक अर्ज है कि अपनी दया मेल परिवार दे उत्ते, बाकी अपने पुत्तर नूं इस काबल बनाइयो कि किसी अगे परमार्थ तुसीं बनाना ही है, स्वार्थ लई भी किसी अगे हथ ना अड़ना पवे बस। बिल्कुल ठीक है। हाँ जी कि मालिक बस उन्हां कबीर साहब की बाणी चाहता है कि मालिक दे अगे बेनती कबीर साहब करते हैं कि इन्ना दे कि मेरे घरों कोई भुखा ना जावे, मगर इन्ना भी ना दें कि मैनू अहंकार हो जाए। बस तुसीं इन्नी दया मेरे परिवार ते मेरे ते। ठीक रासम बाबा जी, भजन सिमरन च तरक्की बख्शो, दया मेहर करियो। बेटा मालिक की बहुत दया है, आप हजम करनी है बेटा, कदर करनी है। जे आप कदर करांगे उन्हें किसी चीज़ की कमी नहीं छड्डनी। साडा मन डोल जाता बेटा, आप गलत चीज़ां मंग लेंदे। ठीक है ना? आप जे रोज़ बैठांगे भजन सिमरन च, सानू बैठण की आदत पै जाऊगी, उही काम आसान हो जाऊगा। पर बैठिए तो सही ना। ਹਾਂਜੀ ਬਾਬਾ ਜੀ, ਸਾਡੇ ਸਾਰੇ ਪਰਿਵਾਰ ਚ ਨਾ ਬਾਹਰ ਮੁਖੀ ਭਗਤੀਆਂ ਬਹੁਤ ਚੱਲਦੀਆਂ ਤੇ की चलदी है? ਬਾਹਰ ਮੁਖੀ ਦੇਵੀ ਦੇਵਤਿਆਂ ਨੂੰ ਮੰਨਦੇ ਆ ਤੇ ਤੁਸੀਂ ਨਾਮਦਾਨ ਦੀ ਦਾਤ ਮੈਨੂੰ ਵੀ ਬਖਸ਼ੀ ਤੇ ਮੇਰੇ ਹਸਬੰਡ ਨੂੰ ਵੀ। ਤੇ ਜੇ ਅਸੀਂ ਨਹੀਂ ਮੰਨਦੇ ਫਿਰ ਉਹ ਨਾਰਾਜ਼ ਹੁੰਦੇ ਆ ਸਹੁਰਾ ਪਰਿਵਾਰ। बेटा देखो, जिस नू भी जिस चीज़ दे नाल उहदा विश्वास जुड़िया होया है ना, उन्हें उधर ही जाना है। हुण जे सानू किसी चीज़ का एहसास हो गया तो मतलब ये नहीं कि सारियां नू ही हो जाऊगा बेटा। ਹਾਂਜੀ सो इस करके आपां ये नहीं कहना कि कोई भी गलत है, अपनी जगह ते वो भी ठीक है, मगर आपां देखना है कि साडे वास्ते की ठीक है। तुसी उस रस्ते दे उत्ते चलो। ਠੀਕ ਹੈ। ठीक है ना? और आपां सच दे नाल जुड़ना है और सच नू अगे लैके वधना हैगा। ਬਾਬਾ ਜੀ ਫਿਰ ਉਹਨਾਂ ਦਾ ਕਹਿਣਾ ਮੰਨਿਆ ਕਰੀਏ, ਫਿਰ ਜਿੱਥੇ ਉਹ ਕਹਿੰਦੇ ਆ ਮੱਥਾ ਟੇਕਣਾ ਪੈਂਦਾ। टेक लो, ਉਹਦੇ 'ਚ ਕੀ ਫਰਕ ਪੈਂਦਾ ਬੇਟਾ? ਹਾਂਜੀ, ਭਜਨ ਜਦੋਂ- ਸਿਮਰਨ ਚ ਕੋਈ ਰੁਕਾਵਟ ਤਾਂ ਨਹੀਂ? ਨਹੀਂ, ਜਦੋਂ ਉੱਥੇ ਗਏ, ਜਦੋਂ ਮੱਥਾ ਟੇਕਿਆ, ਤੁਸੀਂ ਸਿਮਰਨ ਕਰੀ ਚੱਲੋ ਅੰਦਰ ਮਨ 'ਚ। ਠੀਕ ਹੈ ਬਾਬਾ, ਥੈਂਕ ਯੂ। ਗੁਰੂ ਮਹਾਰਾਜ ਜੀ, 1.5 ਘੰਟੇ ਤੋਂ ਬਾਅਦ ਬੈਠਣਾ ਬਹੁਤ ਔਖਾ ਹੋ ਜਾਂਦਾ, ਬਰਦਾਸ਼ਤ ਕਰਨਾ ਔਖਾ ਹੋ ਜਾਂਦਾ, ਤੇ ਸਬਦ ਧੁਨ ਬੰਦ ਹੋ ਗਈ ਹੈ ਕਾਫੀ ਦੇਰ ਤੋਂ। ਕਿਰਪਾ ਕਰਨ। बेटा शब्द धुन बंद नहीं हो सकती, ਹਾਂਜੀ क्योंकि शब्द तो बगैर तो इंसान जिंदा नहीं रह सकता। ठीक है ना? ਹਾਂਜੀ शब्द ही तो करता है। ਹਾਂਜੀ सो
ਸਾਡਾ ਧਿਆਨ ਭਟਕ ਜਾਂਦਾ, ਸ਼ਬਦ ਨਹੀਂ ਕਦੇ ਬੰਦ ਹੁੰਦਾ। ਸ਼ਬਦ ਤਾਂ ਉਸੇ ਲਹਿਜ਼ੇ ਦੇ ਨਾਲ 24 ਘੰਟੇ ਸਾਡੇ ਅੰਦਰ ਵੱਜ ਰਿਹਾ। ਜਦੋਂ ਧਿਆਨ ਦੀ ਇਕਾਗਰਤਾ ਹੁੰਦੀ ਹੈ ਆਪਾਂ ਨੂੰ ਸੁਣਾਈ ਦਿੰਦਾ ਹੈ। ਸਾਡਾ ਧਿਆਨ ਭਟਕ ਜਾਵੇ, ਸਾਨੂੰ ਐ ਲੱਗਦਾ ਕਿ ਜੀ ਸ਼ਬਦ ਵਾਪਸ ਚਲੇ ਗਿਆ। ਸੋ ਇਸ ਕਰਕੇ ਉਹ ਨਹੀਂ ਜਾਂਦਾ, ਸਾਡਾ ਧਿਆਨ ਭਟਕਦਾ। ਆਪਾਂ ਜਿੰਨਾ ਬੈਠ ਸਕਦੇ ਹਾਂ ਬੈਠੋ, ਔਰ ਫਿਰ ਆਹਿਸਤਾ ਆਹਿਸਤਾ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਔਰ ਜਿੰਨਾ ਚਿਰ ਸਾਡੇ ਤੋਂ ਪੂਰਾ ਇੱਕ ਟਾਈਮ 'ਚ ਵਕਤ ਨਹੀਂ ਦਿੱਤਾ ਜਾਂਦਾ, ਤੁਸੀਂ 2 ਹਿੱਸਿਆਂ 'ਚ ਵੰਡ ਲਓ, ਪਰ ਕੋਸ਼ਿਸ਼ ਕਰੋ ਕਿ ਆਪਾਂ ਵਕਤ ਪੂਰਾ ਦੇਈਏ। ਠੀਕ ਸੱਚਖੰਡ ਤੇ ਕਿਰਪਾ ਕਰ। ਰਾਜ ਸਿੰਘ ਬਾਬਾ ਜੀ, ਸ਼ੁਕਰ ਹੈ ਸੱਚੇ ਪਾਤਸ਼ਾਹ ਇਹ ਸੁਨਹਿਰੀ ਮੌਕਾ ਦੇਣ ਦਾ। ਸੱਚੇ ਪਾਤਸ਼ਾਹ ਕੀ ਸਤਸੰਗੀ ਪਰਿਵਾਰ ਦੇ ਵਿੱਚ ਜਨਮ ਮਿਲਾ, ਇਹ ਪਿਛਲੇ ਕਰਮਾਂ ਦੀ ਕੋਈ ਹਿਸਾਬ ਹੈ ਜੀ? ਬੇਟਾ ਹੈ ਤਾਂ ਸਾਰਾ ਕੁਛ ਹੀ ਕਰਮਾਂ ਦੇ ਉੱਤੇ ਨਿਰਭਰ। ਬੇਟਾ ਕਿਹੜੇ ਦੇਸ਼ ਵਿੱਚ ਜਨਮ ਲਿੱਤਾ ਹੈ, ਮਾਂ-ਬਾਪ ਕੌਣ ਹੈ, ਸਾਰਾ ਕੁਛ ਹੀ ਸਾਡੇ ਕਰਮਾਂ ਦੇ ਉੱਤੇ ਨਿਰਭਰ ਹੈ। ਮਗਰ ਇਹ ਕਹਿੰਦੇ ਹੋਏ ਭਾਵੇਂ ਆਪਾਂ ਜਿੱਥੇ ਮਰਜ਼ੀ ਜਨਮ ਲੈ ਲਈਏ, ਹੁਣ ਤਾਂ ਅੱਗੇ ਤਾਂ ਕਦਰ ਕਰਨ ਦੀ ਗੱਲ ਹੈ ਨਾ। ਤੇ ਜੇ ਆਪਾਂ ਕਦਰ ਹੀ ਨਹੀਂ ਕੀਤੀ ਫਿਰ ਤਾਂ ਕੋਈ ਮਕਸਦ ਨਹੀਂ ਹੋਇਆ ਉਸ ਚੀਜ਼ ਦਾ। ਸੋ ਮਾਲਿਕ ਤਾਂ ਭਾਵੇਂ ਜਿੱਥੇ ਮਰਜ਼ੀ ਜਨਮ ਦੇ ਦੇ, ਅੱਗੇ ਤਾਂ ਸਾਡੀ ਕਦਰ ਹੈ। ਜੇ ਆਪਾਂ ਕਦਰ ਕਰਾਂਗੇ ਹੋਰ ਮਿਲੂਗਾ, ਕਦਰ ਨਹੀਂ ਕਰਾਂਗੇ ਜੋ ਦਿੱਤਾ ਉਹਨੂੰ ਵੀ ਗਵਾ ਕੇ ਬਹਿ ਜਾਾਂਗੇ। ਬੇਟਾ ਸੱਚੇ ਪਾਤਸ਼ਾਹ ਕੋਸ਼ਿਸ਼ ਇਹੀ ਹੁੰਦੀ ਹੈ ਸਵੇਰੇ ਰੋਜ਼ ਘਰੋਂ ਨਿਕਲਣ ਤੋਂ ਪਹਿਲਾਂ ਸਿਮਰਨ ਤੇ ਬੈਠ ਕੇ ਨਿਕਲੀਏ। ਘਰੋਂ ਨਿਕਲਣ ਲੱਗਿਆ ਪ੍ਰਸ਼ਾਦ ਖਾ ਕੇ ਤੁਹਾਡੇ ਅੱਗੇ ਮੱਥਾ ਟੇਕ ਕੇ ਨਿਕਲੀਦਾ। ਸੱਚੇ ਪਾਤਸ਼ਾਹ ਸਕੂਟਰ ਚਲਾਉਂਦੇ ਹੋਈਏ ਤੁਹਾਡੇ ਸਰੂਪ ਦਾ ਧਿਆਨ ਕਰੀਦਾ, ਸਿਮਰਨ ਚੱਲਦਾ ਰਹਿੰਦਾ ਹੈ। ਕਿਤੇ ਵੀ ਦਿਨ ਵਿੱਚ ਰਹੀਏ ਸਰੂਪ ਤੁਹਾਡਾ ਹੁੰਦਾ ਹੈ, ਸਰੂਪ ਕਦੇ ਭੁੱਲਦਾ ਨਹੀਂ। ਸੱਚੇ ਪਾਤਸ਼ਾਹ ਤੁਹਾਡਾ ਹਮੇਸ਼ਾ ਯਾਦ ਰਹਿੰਦਾ ਹੈ, ਐਨ ਕਲੀਅਰ ਯਾਦ ਰਹਿੰਦਾ ਹੈ। ਰਾਤ ਨੂੰ ਘਰ ਵਾਪਸ ਆਉਂਦੇ ਹਾਂ, ਰੋਟੀ ਖਾ ਕੇ ਸੌਣ ਤੋਂ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਭਜਨ ਸਿਮਰਨ ਕਰਕੇ ਹੀ ਸੋਈਏ। ਪਰ ਸੱਚੇ ਪਾਤਸ਼ਾਹ ਤੁਹਾਨੂੰ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਹਾਡੇ ਅੰਦਰੋਂ ਦਰਸ਼ਾਂ ਦਾ ਦੀਦਾਰ ਕਿਉਂ ਨਹੀਂ ਹੁੰਦਾ? ਸੱਚੇ ਪਾਤਸ਼ਾਹ ਬੇਟੇ ਦੇਖੋ, ਆਪਾਂ ਮੰਗਣਾ ਨਹੀਂ ਗਾ। ਆਪਾਂ ਨਾ ਇਹ ਸਰੀਰ 'ਚ ਆ ਕੇ ਮਨ ਦਾ ਸਾਥ ਲੈ ਕੇ ਨਾ ਆਪਾਂ ਮੰਗਣ ਦੇ ਆਦੀ ਹੋ ਗਏ। ਜੇ ਆਪਾਂ ਆਪਣੀ ਕਰਨੀ ਵਿੱਚ ਇਹ ਸਾਰਾ ਕੁਝ ਜ਼ਾਹਿਰ ਕਰਾਂਗੇ ਨਾ, ਉਹਨੇ ਜ਼ਰੂਰ ਪੂਰਾ ਕਰਨਾ। ਤੇ ਜੇ ਲਫ਼ਜ਼ਾਂ ਦੇ ਦਾਇਰੇ ਵਿੱਚ ਲਵਾਂਗੇ ਤਾਂ ਲਫ਼ਜ਼ਾਂ ਦੇ ਨਾਲ ਲਫ਼ਜ਼ ਹੀ ਮਿਲਣਗੇ। ਬੇਟਾ ਜੇ ਸੱਚੇ ਦਿਲ ਨਾਲ ਆਪਾਂ ਭਜਨ ਸਿਮਰਨ ਕਰਾਂਗੇ ਨਾ, ਉਹ ਜ਼ਰੂਰ ਦਿਓ। ਮਗਰ ਅਸੀਂ ਆਪਣੀ ਕਰਨੀ ਦੇ ਉੱਤੇ ਧਿਆਨ ਨਹੀਂ ਦਿੰਦੇ, ਅਸੀਂ ਨਤੀਜਾ ਦੇਖ ਕੇ ਬਹਿ ਜਾਂਦੇ। ਹੁਣ ਬੇਟਾ ਕਰਮ ਤਾਂ ਸਾਡੇ ਇੰਨੇ ਹੈ ਕਿ ਇੱਕ ਜਨਮ ਤੱਕ ਹੀ ਕਈ ਵਾਰੀ ਆ ਕੇ ਜਨਮ ਲੈ ਲਈਏ ਨਾ, ਫੇਰ ਨਹੀਂ ਪੂਰੇ ਹੋਣ ਲੱਗੇ। ਆਪਾਂ ਤਾਂ ਹੁਕਮ ਵਿੱਚ ਰਹਿਣਾ ਬੇਟਾ, ਹੁਕਮ ਮੰਨੀਏ ਪਾਈਏ। ਸੋ ਜੇ ਆਪਾਂ ਆਪਣਾ ਭਜਨ ਸਿਮਰਨ ਕਰਕੇ ਹੁਕਮ ਪੂਰਾ ਕਰਾਂਗੇ, ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ। ਤੇ ਜੇ ਆਪਾਂ ਨਤੀਜਾ ਦੇਖਾਂਗੇ, ਨਤੀਜਾ ਆਪਣੀ ਕਰਨੀ ਦਾ ਮਿਲੂਗਾ। ਸਾਡੀ ਕਰਨੀ ਹੋ ਨਹੀਂ ਸਕਦੀ ਇੰਨੀ, ਸੋ ਆਪਾਂ ਕਦੇ ਨਹੀਂ ਨਤੀਜਾ ਦੇਖਣਾ। ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਰੱਖਣਾ, ਸਾਡੇ ਪਰਿਵਾਰ ਤੇ ਦਇਆ ਮਿਹਰ ਬਣਾਈ ਰੱਖਿਆ, ਬੱਚਿਆਂ ਤੇ ਦਇਆ ਮਿਹਰ ਬਣਾਈ ਰੱਖਣਾ। ਹਾਂਜੀ ਬਾਬਾ ਜੀ, ਮੈਂ ਜਦੋਂ ਸਿਮਰਨ ਤੇ ਬੈਠਦੀ ਆ ਤੇ ਮੈਨੂੰ ਤੁਹਾਡਾ ਨੂਰੀ ਸਰੂਪ ਬਿਲਕੁਲ ਵੀ ਅੱਖਾਂ ਦੇ ਅੱਗੇ ਨਹੀਂ ਆਉਂਦਾ। ਜੇ ਮੈਂ ਲਿਆਉਣ ਦੀ ਕੋਸ਼ਿਸ਼ ਵੀ ਕਰਦੀ ਆ ਤੇ ਟਿਕਾਈ ਨਹੀਂ ਹੁੰਦੀ, ਬਿਲਕੁਲ ਵੀ ਟਿਕਦਾ ਨਹੀਂ ਹੈ। ਬੀਬਾ ਜੀ ਆਪਣੇ ਵੱਸ ਦੀ ਗੱਲ ਨਹੀਂ ਗੀ। ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਨਾ, ਐ ਨਹੀਂ ਆਉਣ ਲੱਗਾ। ਆਪਣੇ ਵੱਸ ਵਿੱਚ ਸਿਰਫ ਸਿਮਰਨ ਹੈ। ਸਿਮਰਨ ਕਰਾਂਗੇ, ਇਕਾਗਰਤਾ ਆਊਗੀ, ਉਹਦਾ ਨਤੀਜਾ ਹੈਗਾ ਕਿ ਸਰੂਪ ਆਊ ਸਾਹਮਣੇ। ਫਿਰ ਸਰੂਪ ਦੇ ਨਾਲ ਟਿਕਾਓ ਮਿਲਦਾ ਹੈ, ਫਿਰ ਆਪਣਾ ਅਸਲ ਰੂਹਾਨੀ ਸਫ਼ਰ ਸ਼ੁਰੂ ਹੁੰਦਾ ਹੈ। ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਖਿਆਲ ਦੀ ਇਕਾਗਰਤਾ ਲਿਆਓ। ਇਕਾਗਰਤਾ ਲਿਆਵਾਂਗੇ, ਚੱਲਦੇ ਪਾਣੀ 'ਚ ਆਪਾਂ ਆਪਣੀ ਸ਼ਕਲ ਨਹੀਂ ਦੇਖ ਸਕਦੇ। ਪਾਣੀ ਸਥਿਰ ਹੋਊਗਾ ਤਾਂ ਸ਼ਕਲ ਦਿਖਾਈ ਦੇਊਗੀ। ਤੇ ਇਸ ਕਰਕੇ ਜਿੰਨਾ ਚਿਰ ਮਨ ਵਿੱਚ ਉਤਾਵਲਾਪਨ ਹੈ, ਇਸ ਕਰਕੇ ਨਹੀਂ ਦਿਖਾਈ ਦਿੰਦਾ। ਠੀਕ ਹੈ ਬਾਬਾ ਜੀ, ਮੇਰਾ ਦੂਸਰਾ ਸਵਾਲ ਹੈ ਕਿ ਬਾਬਾ ਜੀ ਜਿਸ ਤਰ੍ਹਾਂ ਘਰ ਵਿੱਚ ਬਿਮਾਰੀਆਂ ਵਗੈਰਾ ਆਉਂਦੀਆਂ ਤਾਂ ਉਹ ਪੁਰਾਣੇ ਕਰਮਾਂ ਦੇ ਕਰਕੇ, ਪਿਛਲੇ ਕਰਮਾਂ ਕਰਕੇ ਆਉਂਦੀਆਂ, ਤੇ ਭਜਨ ਸਿਮਰਨ ਨਾਲ ਉਹ ਕੱਟ ਹੋ ਜਾਣਗੀਆਂ ਕਿ ਹੁਣ ਦੇ ਕਰਮਾਂ ਕਰਕੇ ਆ ਰਹੀਆਂ? ਕਿਹਦੇ ਘਰ 'ਚ ਬਿਮਾਰੀ ਨਹੀਂ ਆਉਂਦੀ ਦੱਸੋ ਮੈਨੂੰ? ਹੈ ਕੋਈ ਘਰ ਜਿਹਨੇ ਕਦੇ ਬਿਮਾਰੀ ਨਹੀਂ ਦੇਖੀ? ਨਾਨਕ ਦੁਖੀਆ ਸਭ ਸੰਸਾਰ। ਬਾਬਾ ਜੀ ਨਹੀਂ, ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਅਸੀਂ ਥੋੜੀ ਘਬਰਾਣਾ ਹੈਗਾ ਜੀ ਮੇਰੇ ਘਰੇ ਕਿਉਂ ਆ ਗਈ, ਉਹਦੇ ਘਰੇ ਕਿਉਂ ਆ ਗਈ, ਐ ਨਹੀਂ ਸੋਚਣਾ। ਮਾਲਿਕ ਜੋ ਵੀ ਕਰਦਾ ਚੰਗਾ ਕਰਦਾ। ਆਪਾਂ ਜੋ ਵੀ ਜਿਸ ਦੌਰ ਚੋਂ ਗੁਜ਼ਰ ਰਹੇ ਹਾਂ, ਆਪਣੇ ਕਰਮਾਂ ਕਰਕੇ ਗੁਜ਼ਰ ਰਹੇ ਹਾਂ। ਹੁਣ ਉਹਦੇ ਭਾਣੇ 'ਚ ਰਵਾਂਗੇ, ਹੱਸਦੇ ਹੱਸਦੇ ਗੁਜ਼ਰ ਜਾਵਾਂਗੇ। ਸਿਰ ਫੜ ਕੇ ਬਹਿ ਜਾਾਂਗੇ, ਬੋਝ ਕੀਤੇ ਤੇ ਪਊਗਾ, ਸਾਡੇ ਤੇ ਪਊਗਾ। ਠੀਕ ਹੈ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਆਪਣੀ ਮਿਹਰ ਬਣਾਈ ਰੱਖਣਾ, ਬੱਚਿਆਂ ਵਿਸ਼ਵਾਸ ਹਮੇਸ਼ਾ ਕਾਇਮ ਰੱਖਣਾ ਬਾਬਾ।
ਸ਼ੁਕਰ ਹੈ ਮਾਲਕਾ ਮੈਨੂੰ ਇੱਥੇ ਤੱਕ ਆਉਣ ਦਾ ਤੁਸੀਂ ਮੌਕਾ ਬਖਸ਼ਿਆ। ਬਾਬਾ ਜੀ ਜਦੋਂ ਕੋਈ ਸਾਡਾ ਕੋਈ ਵੀ ਇਨਸਾਨ ਜ਼ਿੰਦਗੀ 'ਚ ਬਹੁਤ ਸਟਰਗਲ ਕਰਦਾ ਉਹ ਆਪਣੇ ਚੰਗੇ ਟਾਈਮ ਲਈ, ਤੇ ਜਦੋਂ ਚੰਗਾ ਟਾਈਮ ਆਉਂਦਾ ਤੇ ਉਹ ਸਾਨੂੰ ਛੱਡ ਕੇ ਚੱਲ ਜਾਂਦਾ ਦੁਨੀਆ 'ਚੋਂ। ਇਦਾਂ ਕਦੋਂ ਹੁੰਦਾ ਬਾਬਾ ਜੀ? ਬੇਟਾ ਦੇਖੋ, ਆਉਣਾ ਜਾਣਾ ਤਾਂ ਪਹਿਲਾਂ ਤੋਂ ਲਿਖਿਆ ਹੋਇਆ ਹੈ। ਇਹ ਕਿਸੇ ਇਨਸਾਨ ਦੇ ਵੱਸ ਵਿੱਚ ਨਹੀਂ ਗਾ ਕਿ ਕਦੋਂ ਆਉਣਾ ਤੇ ਕਦੋਂ ਜਾਣਾ ਹੈ। ਬਾਕੀ ਕਰਮਾਂ ਦਾ ਹਿਸਾਬ ਕਿਤਾਬ ਹੈ। ਸੋ ਇਸ ਕਰਕੇ ਬੇਟਾ ਆਪਾਂ ਤਾਂ ਆਪਣੇ ਮਨ ਦੀ ਅਵਸਥਾ ਇਹੋ ਜਿਹੀ ਬਣਾਉਣੀ ਹੈ ਕਿ ਆਪਾਂ ਮਾਲਕ ਦੇ ਹੁਕਮ ਵਿੱਚ ਰਹੀਏ ਔਰ ਜੋ ਉਹਨੇ ਦਿੱਤਾ ਉਹਦੀ ਕਦਰ ਕਰੀਏ। ਠੀਕ ਹੈ ਨਾ? ਜੇ ਆਪਾਂ ਕਦਰ ਕਰਾਂਗੇ ਤਾਂ ਖੁਸ਼ੀ ਦੇ ਨਾਲ ਹੋਰ ਦਿਓ, ਮਗਰ ਜੇ ਕਦਰ ਹੀ ਨਹੀਂ ਕਰਾਂਗੇ, ਹੁਣ ਦੇਖੋ ਘਰ 'ਚ ਬੱਚੇ ਆ, ਜਿਹੜਾ ਕਦਰ ਕਰਦਾ ਮਾਂ-ਬਾਪ ਬੜੀ ਖੁਸ਼ੀ ਦੇ ਨਾਲ ਦਿੰਦੇ ਆ। ਜਿਹੜੇ ਕਦਰ ਹੀ ਨਹੀਂ ਕਰਦਾ ਉਹਨਾਂ ਨੂੰ ਇਹ ਹੁੰਦਾ ਕਿ ਇਹ ਬਰਬਾਦ ਨਾ ਕਰਕੇ ਬਹਿ ਜੇ, ਹੱਥ ਖਿੱਚ ਕੇ ਰੱਖ ਦੇ। ਸੋ ਜਿੰਨੀ ਕਦਰ ਕਰਾਂਗੇ ਉਹਨਾਂ ਹੋਰ ਮਾਲਕ ਦੇਊਗਾ ਬੇਟਾ। ਬਾਬਾ ਜੀ ਮੇਰਾ ਦੂਜਾ ਸਵਾਲ ਇਹ ਹੈ ਕਿ ਜਦੋਂ ਅਸੀਂ ਇੱਕ ਨੌਕਰੀ ਕਰਦੇ ਹੋਏ ਪਾਰਟ ਟਾਈਮ ਜੋਬ ਦੂਸਰੀ ਕਰਦੇ ਹਾਂ, ਤੇ ਪਹਿਲੀ ਨੌਕਰੀ ਨਾਲ ਉਹ ਧੋਖਾ ਜਾਂ ਕੁਛ ਇਦਾਂ ਦਾ ਤਾਂ ਨਹੀਂ ਹੁੰਦਾ? ਨਹੀਂ, ਪਰ ਜ਼ਿੰਮੇਵਾਰੀ ਨਾਲ ਜੇ ਕਰੋਗੇ ਫਿਰ ਤਾਂ ਕੋਈ ਧੋਖਾ ਨਹੀਂ ਬੇਟਾ। ਜ਼ਿੰਮੇਵਾਰੀ ਨਾਲ ਕਰੋ। ਜਦੋਂ ਨੌਕਰੀ ਕਰਦੇ ਹੋ ਜਿੱਥੇ ਵੀ ਹੋ ਉਹਨੂੰ ਚੰਗੀ ਤਰ੍ਹਾਂ ਨਿਭਾਓ। ਰਸਮ ਬਾਬਾ ਜੀ ਮੈਂ ਬਹੁਤ ਖੁਸ਼ਕਿਸਮਤ ਹਾਂ। ਮੇਰੀ ਮੈਰਿਜ ਇੱਕ ਸਤਸੰਗੀ ਫੈਮਿਲੀ ਦੇ ਵਿੱਚ ਹੋਈ। ਮੇਰੀ ਮੈਰਿਜ ਨੂੰ 8 ਸਾਲ ਹੋ ਗਏ। ਜੋ ਆਪਾਂ ਜਿਵੇਂ ਆਪਾਂ ਬਿਫੋਰ ਮੈਰਿਜ ਵਿਆਹ ਤੋਂ ਪਹਿਲਾਂ ਨੌਨ ਸਤਸੰਗੀ ਫੈਮਿਲੀ 'ਚ ਸੀ, ਆਪਾਂ ਜੋ ਜਾਣੇ ਅਣਜਾਣੇ 'ਚ ਗਲਤੀਆਂ ਕੀਤੀਆਂ, ਸਾਨੂੰ ਨਹੀਂ ਪਤਾ ਸੀ ਕੀ ਖਾਣਾ ਹੈ ਕੀ ਨਹੀਂ ਖਾਣਾ, ਕਿ ਉਹ ਜਾਣੇ ਅਣਜਾਣੇ 'ਚ ਕੀਤੀਆਂ ਗਲਤੀਆਂ ਦੇ ਵੀ ਕਰਮ ਦਾ ਹਿਸਾਬ ਸਾਨੂੰ ਹੁਣ ਦੇਣਾ ਪਏਗਾ। ਸਾਨੂੰ ਪਤਾ ਹੀ ਨਹੀਂ ਸੀ। ਬੇਟਾ ਪਹਿਲੀ ਗੱਲ ਤਾਂ ਇਹ ਹੈਗਾ ਕਿ ਆਪਾਂ ਨੂੰ ਪਤਾ ਹੋਵੇ ਨਾ ਹੋਵੇ, ਕਰਮ ਤਾਂ ਹਰੇਕ। ਹੁਣ ਜੇ ਮੈਂ ਕਹਾਂ ਕਿ ਜੀ ਮੈਂ ਗਲਤੀ ਦੇ ਨਾਲ ਜ਼ਹਿਰ ਖਾ ਲਿਆ, ਇਹਦਾ ਅਸਰ ਹੋਊਗਾ ਕਿ ਨਹੀਂ ਹੋਊਗਾ? ਅਸਰ ਤਾਂ ਬੇਟਾ ਹੋਊਗਾ। ਠੀਕ ਹੈ ਨਾ? ਹੁਣ ਇਹ ਦੂਜੀ ਗੱਲ ਹੈ ਕਿ ਜੀ ਜੋ ਚੀਜ਼ ਅਣਜਾਣੇ 'ਚ ਹੋਈ ਉਹਦਾ ਭਾਰ ਇੰਨੀ ਗਹਿਰਾਈ ਦੇ ਨਾਲ ਨਹੀਂ ਪਊਗਾ ਜਿੰਨਾ ਕਿ ਜੋ ਆਪਾਂ ਸੋਚ ਸਮਝ ਕੇ ਗਲਤੀ ਕਰਦੇ। ਅੱਗੇ ਦੇਖੀਏ, ਪਿੱਛੇ ਮੁੜ ਕੇ ਨਾ ਦੇਖੀਏ ਬੇਟਾ। ਮਾਲਿਕ ਨੇ ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ। ਇਨਸਾਨ ਭੁੱਲਣਹਾਰ ਹੈ, ਮਗਰ ਜੇ ਆਪਾਂ ਜ਼ਿੰਦਗੀ ਤੋਂ ਸਿੱਖਾਂਗੇ, ਗਲਤੀ ਨਹੀਂ ਦੁਹਰਾਵਾਂਗੇ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ ਬੇਟਾ। ਬਾਬਾ ਜੀ ਏਜ ਹਲੇ ਛੋਟੀ ਹੈ ਤੇ ਦਿਨ ਰਾਤ ਸੌਂਦੇ ਜਾਗਦੇ ਇੱਕ ਸੋਚ ਹੈ, ਇੱਛਾ ਹੈ ਤੁਸੀਂ ਜਾਣੀ ਜਾਣ ਨੂੰ ਕੀ ਕਰਨ ਦੀ। ਉਸ ਲਈ ਮੈਨੂੰ ਆਰਥਿਕ ਤੇ ਸਰੀਰਕ ਸ਼ਮਤਾ ਬਖਸ਼ੋ। ਆਪਾਂ ਨਹੀਂ ਘਬਰਾਣਾ ਬੇਟਾ। ਜੇ ਆਪਾਂ ਸੱਚੇ ਦਿਲ ਦੇ ਨਾਲ ਆਪਾਂ ਬਾਬਾ ਜੀ ਕੁਝ ਕਰਨਾ ਹੈ, ਉਹ ਜੋ ਉਸ ਲਈ ਸ਼ਮਤਾ ਬਖਸ਼ੋ, ਆਰਥਿਕ ਵੀ ਸਰੀਰਕ ਵੀ। ਹਿੰਮਤ ਰੱਖੋ। ਸੱਚੇ ਦਿਲ ਦੇ ਨਾਲ ਜੇ ਆਪਾਂ ਮਾਲਕ ਦੀ ਭਗਤੀ ਵਿੱਚ ਲੱਗਾਂਗੇ, ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ, ਫਿਰ ਉਹ ਨਿਭਾਊਗਾ। ਬਾਬਾ ਜੀ ਜਿਵੇਂ ਆਪਾਂ ਕਹਿੰਦੇ ਆ ਭਜਨ ਸਿਮਰਨ ਕਰੀਏ, ਪਹਿਲਾਂ ਨਾਮਧਾਮ ਦੀ ਬਖਸ਼ਿਸ਼ ਹੋਏਗੀ, ਕਰਾਂਗੇ। ਜੇ ਆਪਾਂ ਨੂੰ ਕੋਈ ਇਨਸਾਨ ਦਿਖ ਰਿਹਾ, ਕੋਈ ਬਜ਼ੁਰਗ ਹੈ, ਉਹ ਠੇਲਾ ਲਗਾ ਕੇ ਬੈਠਾ, ਗਰੀਬ ਹੈ, ਕੋਈ ਕੁਛ ਵੀ ਹੈ, ਆਪਾਂ ਉਹਨਾਂ ਦੇ ਵੀ ਜੇ ਕੁਛ ਕਰਦੇ ਆ, ਨਹੀਂ ਭਜਨ ਸਿਮਰਨ ਵੱਲ ਧਿਆਨ ਦੇ ਪਾ ਰਹੇ, ਕੁਛ ਇਸ ਬਾਰੇ ਚਾਨਣਾ ਪਾਓ। ਬੇਟਾ ਇਸ ਤਰ੍ਹਾਂ ਹੈਗਾ ਕਿ ਆਪਾਂ ਦੂਜੇ ਨੂੰ ਓਨਾ ਹੀ ਦੇ ਸਕਦੇ ਹਾਂ ਜੋ ਆਪਣੇ ਕੋਲੇ ਹੈ। ਜੀ ਮੇਰੇ ਕੋਲੇ 100 ਰੁਪਇਆ ਹੈ, ਮੈਂ ਤੁਹਾਨੂੰ 90 ਦੇ ਸਕਦਾ। ਮੇਰੀ ਜੇਬ ਖਾਲੀ ਹੈ ਤਾਂ ਮੈਂ ਤੁਹਾਨੂੰ ਕੁਛ ਦੇ ਸਕਦਾ ਬੇਟਾ। ਸੋ ਇਸ ਕਰਕੇ ਜਿੰਨਾ ਚਿਰ ਬੇਟਾ ਆਪਾਂ ਥੋੜੀ ਜਿਹੀ ਕਮਾਈ ਕਰਕੇ ਸਾਡੇ ਅੰਦਰ ਮਨ ਦੀ ਸ਼ਾਂਤੀ ਨਹੀਂ ਹੋਊਗੀ, ਸਾਡੇ ਅੰਦਰ ਥੋੜੀ ਜਿਹੀ ਸਹਿਣਸ਼ੀਲਤਾ ਨਹੀਂ ਹੋਊਗੀ, ਦੂਜਿਆਂ ਦੇ ਨਾਲ ਆਪਾਂ ਕੀ ਵੰਡਾਂਗੇ ਬੇਟਾ? ਠੀਕ ਹੈ ਨਾ? ਇਸ ਆਪਾਂ ਜ਼ਰੂਰ, ਮੈਂ ਨਹੀਂ ਕਹਿੰਦਾ ਕਿ ਕਿਸੇ ਦੀ ਮਦਦ ਨਾ ਕਰੋ, ਜ਼ਰੂਰ ਕਰੋ, ਮਗਰ ਆਪਣਾ ਲਕਸ਼ ਕੀ ਹੈ? ਬਾਣੀ ਚ ਆਂਦਾ ਹੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਕਿ ਇਹ ਚੀਜ਼ਾਂ ਠੀਕ ਹੈ, ਇਹਨਾਂ ਨਾਲ ਸ਼ੁਰੂਆਤ ਹੋਊਗੀ, ਮਗਰ ਜੇ ਆਪਾਂ ਪੁੰਨਦਾਨ ਇਹਨਾਂ ਚੀਜ਼ਾਂ 'ਚ ਫਸੇ ਰਵਾਂਗੇ ਬੇਟਾ, ਚੰਗੇ ਕਰਮ ਹੈ ਚੰਗੀ ਅਵਸਥਾ ਵਿੱਚ ਆ ਜਾਵਾਂਗੇ, ਮਾੜੇ ਕਰਮ ਹੈ ਉਹਦਾ ਭੁਗਤਾਨ ਦੇਣਾ ਪਊਗਾ, ਮੁਕਤੀ ਨਹੀਂ ਮਿਲਣੀ, ਚੱਕਰ ਚੱਲਦਾ ਰਹੂਗਾ। ਤੇ ਜੇ ਆਪਾਂ ਆਵਾਗਮਨ ਦੇ ਚੱਕਰ 'ਚੋਂ ਛੁਟਕਾਰਾ ਚਾਹੀਦਾ, ਮੁਕਤੀ ਚਾਹੀਦੀ ਹੈ,
ਤਾਂ ਫਿਰ ਬੇਟਾ ਸਾਨੂੰ ਨਾਮ ਦੀ ਕਮਾਈ ਕਰਨੀ ਪਊਗੀ। ਮਗਰ ਨਾਮ ਦੀ ਕਮਾਈ ਵੀ ਤਾਂ ਹੋਊਗੀ ਜੇ ਆਪਾਂ ਦੂਜਿਆਂ ਨਾਲ ਵੰਡਾਂਗੇ, ਮਦਦ ਕਰਾਂਗੇ। ਸੇਵਾ ਦਾ ਮਤਲਬ ਇਹ ਨਹੀਂ ਕਿ ਕਿਸੇ ਧਰਮ ਸਥਾਨ ਤੇ ਕੋਈ ਕੰਮ ਕਰਨਾ। ਜੋ ਕੰਮ ਨਿਸ਼ਕਾਮ ਹੋ ਕੇ ਕਰੋਗੇ, ਜਿੱਥੇ ਗਿਣਤੀ ਨਹੀਂ ਹੋਊਗੀ, ਉਹ ਸੇਵਾ ਬਣ ਜੂਗੀ। ਭਾਵੇਂ ਘਰ ਦਾ ਕੰਮ ਕਾਜ ਹੈ, ਦੁਕਾਨਦਾਰੀ ਹੈ, ਨੌਕਰੀ ਹੈ, ਜੋ ਵੀ ਹੈ, ਨਿਸ਼ਕਾਮ ਹੋ ਕੇ ਗਿਣਤੀ ਨਹੀਂ ਹੋਣੀ ਚਾਹੀਦੀ। ਬਾਬਾ ਜੀ ਮੇਰੀ ਮਦਰ ਇਨ ਲੋ ਬਜ਼ੁਰਗਾਂ 'ਚ ਆਂਦੇ ਸੀ। ਮੇਰੀ ਮੈਰਿਜ ਨੂੰ ਵੀ 8 ਸਾਲ ਹੋ ਗਏ ਤੇ ਮੈਂ ਸੋਚਦੀ ਸੀ ਕਾਸ਼ ਮੈਂ ਐਜ਼ ਅਸਿਸਟੈਂਟ ਉਹਨਾਂ ਨੂੰ ਜਾਵਾਂ, ਪਰ ਮੇਰੇ ਬੱਚੇ ਛੋਟੇ ਛੋਟੇ ਨੇ ਤੇ ਮੈਂ ਕਹਿੰਦੀ ਸੀ ਕੀ ਪਤਾ ਮੈਨੂੰ ਕੁਝ ਨੇੜੇ ਤੋਂ ਕਦੇ ਦਰਸ਼ਨ ਹੋ ਜਾਣ। ਹਮੇਸ਼ਾ ਬਹੁਤ ਪਿੱਛੋਂ ਦਰਸ਼ਨ ਕਰਦੇ ਸੀ ਸਕਰੀਨ ਤੋਂ, ਤੇ ਅੱਜ ਰੀਅਲ 'ਚ ਤੁਹਾਨੂੰ ਇੰਨੀ ਨੇੜਿਓਂ ਦਰਸ਼ਨ ਕੀਤੇ ਹੈ, ਦੱਸ ਨਹੀਂ ਸਕਦੇ। ਤੁਸੀਂ ਬਹੁਤ ਸੋਹਣੇ ਹੋ, ਸੱਚੀ ਬਾਬਾ ਜੀ ਬਹੁਤ ਸੋਹਣੇ ਹੋ ਤੁਸੀਂ। ਮੈਂ ਅੱਜ ਫਸਟ ਟਾਈਮ ਇੰਨੀ ਕਲੋਜ਼ ਤੋਂ ਤੁਹਾਡੇ ਦਰਸ਼ਨ ਜੋਹਰੀ ਕੀਤੇ। ਕੀ ਗੱਲ ਦੇਖੋ, ਹਰੇਕ ਮਾਂ ਪਿਓ ਨੂੰ ਜਾਂ ਹਰੇਕ ਬੱਚੇ ਨੂੰ ਆਪਣਾ ਮਾਂ ਪਿਓ ਹੀ ਚੰਗਾ ਲੱਗਦਾ ਹੈ, ਭਾਵੇਂ ਉਹਦੇ 'ਚ ਜਿੰਨੇ ਮਰਜ਼ੀ ਔਗਣ ਹੋਣ। ਸੋ ਤਾਂ ਰਿਸ਼ਤੇ ਦੀ ਗੱਲ ਹੈ ਬੇਟਾ, ਮਾਂ ਨੂੰ ਆਪਣਾ ਬੱਚਾ ਸੋਹਣਾ ਲੱਗਦਾ, ਸੋ ਇਸ ਕਰਕੇ ਤਾਂ ਅਪਨਾਹਤ ਦੀ ਗੱਲ ਹੈ बेटा। बच्चियां होते हैं, परिवार देते हैं मेरे बनाए। शुक्र है बाबा जी, आपने ये अवसर प्रदान किया है। मेरा आपसे ये क्वेश्चन है कि नामदान से ध्यान एकाग्र करना और बिना नाम से ध्यान एकाग्र करने में क्या अंतर है? बेटा बिना नाम के देखो, जिंदगी में हम कोशिश तो करते ही हैं, क्योंकि एकाग्रता के बगैर तो कोई काम नहीं हो सकता। गाड़ी भी चलाते हो तो ध्यान सड़क पे होना चाहिए ना। एकाग्रता अगर नहीं होगी तो गाड़ी लग जाएगी। मगर जिस हद तक हमें जाना चाहिए वो हद तक पहुंच नहीं पाते एकाग्रता में। तो अंदर से जब भजन सिमरन के साथ जब एकाग्रता आएगी, तब वो गहराई हम हासिल कर पाएंगे बेटा। तो क्या इस बिना नामदान से एकाग्रता मतलब करने से तो कुल मालिक की प्राप्ति हो सकती है? नहीं, देखो मैं ये कहूंगा कि ये कहना गलत है कि सिर्फ यही एक रास्ता है। रास्ता चाहे जो मर्जी हो, मगर मालिक की भक्ति जरूरी है। देखो वैसे भी परिवार में अगर आप माँ बाप की कदर करोगे तभी तो उनकी खुशी हासिल करोगे, हैं? और वैसे ही जब तक हम जो हमारा परम पिता है उसकी कदर नहीं करेंगे तो खुशी कहां से हासिल होगी बेटा। अब कैसे वो खुशी हासिल करनी है, भक्ति कैसे करनी है, ये आपके ऊपर मुनस्सिर है। सो रास्ता जो मर्जी अपना है, मगर मालिक से के साथ रिश्ता जरूर जोड़ो। शुक्र है बाबा जी, परिवार पे दया मेहर बनाए रखना और सारी संगत पे। ਬਾਬਾ ਜੀ ਨਾਮਦਾਨ ਵਾਸਤੇ ਆਪਾਂ ਆਪਣੇ ਅੰਦਰ ਕਿਹੜੀ ਕੁਆਲਿਟੀਆਂ ਦੇਖ ਸਕਦੇ ਹਾਂ ਕਿ ਆਪਾਂ ਹੁਣ ਨਾਮਦਾਨ ਲੈਣ ਲਈ ਤਿਆਰ ਹਾਂ ਪੂਰੀ ਤਰ੍ਹਾਂ? ਚੰਗੇ ਇਨਸਾਨ ਬਣੋ ਬੇਟਾ। ਤੇ ਮੇਰਾ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਇਨਸਾਨੀਅਤ ਹੈ ਬੇਟਾ। ਤੇ ਮੇਰਾ ਦੂਜਾ ਕੁਐਸਚਨ ਇਹ ਹੈ ਬਾਬਾ ਜੀ, ਅਗਰ ਮਤਲਬ ਜਨਮ ਮਰਨ ਦਾ ਚੱਕਰ ਬਣਾਉਣਾ ਹੀ ਸੀ ਮਾਲਕ ਨੇ, ਤੇ ਆ ਦੁਨੀਆ ਦੀ ਰਚਨਾ ਹੀ ਕਿਉਂ ਕੀਤੀ ਗਈ ਹੈ ਫਿਰ? ਬੇਟਾ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਆ, ਮਾਂ ਪਿਓ ਸਾਨੂੰ ਤਾਲੀਮ ਵਾਸਤੇ ਕਾਲਜ ਭੇਜਦੇ ਆ ਕਿ ਨਹੀਂ ਭੇਜਦੇ? ਮਕਸਦ ਤਾਂ ਚੰਗਾ ਸੀਗਾ ਜੀ। ਹੁਣ ਬੱਚਾ ਉੱਥੇ ਜਾ ਕੇ ਉੱਥੇ ਗਲਤ ਕੰਪਨੀ ਵਿੱਚ ਪੈ ਜਾਂਦਾ ਹੈ, ਗਲਤ ਕੰਮਾਂ 'ਚ ਪੈ ਜਾਂਦਾ ਹੈ। ਉਹਨਾਂ ਨੇ ਤਾਂ ਬੜਾ ਸੋਚ ਸਮਝ ਕੇ ਭੇਜਿਆ ਸੀ, ਚੰਗੇ ਕੰਮ ਵਾਸਤੇ ਭੇਜਿਆ ਸੀ, ਉਹ ਪੁੱਠੇ ਕੰਮਾਂ 'ਚ ਫਸ ਗਿਆ। ਹੁਣ ਗਲਤੀ ਕਿਹਦੀ ਹੈ? ਸੋ ਫੇਰ ਬੇਟਾ ਮਾਲਕ ਨੇ ਤਾਂ ਸਾਨੂੰ ਕਿਸੇ ਕੰਮ ਵਾਸਤੇ ਭੇਜਿਆ ਸੀ, ਅਸੀਂ ਮਨ ਦਾ ਸਾਥ ਲੈ ਕੇ ਜੇ ਮौज ਮੇਲੇ 'ਚ ਲੱਗ ਗਏ ਤਾਂ ਮਾਲਕ ਨੂੰ ਸਵਾਲ ਜਵਾਬ ਕਿਉਂ ਕਰਦੇ ਆ ਆਪਾਂ ਬੇਟਾ। थैंक यू बाबा जी, आपदा हर एक मतलब कि जैसे हर दौर विच आप मेरे साथ रहे, बुरा था, बहुत बुरा था, आपने कभी साथ नहीं छोड़ा। मैंने भी दूर जाने की कोशिश की पर आपने बाह नहीं छोड़ी, तो आपका बहुत बहुत धन्यवाद बाबा जी। ऐसी अगर मैं दोबारा बाह छुड़वाने की सोचूं तो छोड़ना मत बाबा जी। बेटा नहीं, माँ बाप तो कभी भी नहीं बच्चों को छोड़ते बेटा। बच्चे बिगड़ जाते हैं, बच्चों का ध्यान दूसरी तरफ हो जाता है। हाँ जी बाबा। तो हमने तो माँ बाप तो बच्चों की बेहतरी ही चाहते हैं ना। हाँ जी। तो बच्चे सोचते हैं कि वो माँ बाप से ज्यादा जानते हैं, तो इसलिए अगर हम उस दायरे में रहेंगे तभी तो बख्शिश होगी ना। हाँ जी बाबा जी,
हम बचपन से सुनते हैं कि इस जगत में मालिक की मर्जी के बगैर एक पत्ता भी नहीं हिल सकता, तो क्या बाबा जी फिर भी लोग बुरा करते हैं और जिसके साथ वो होता है क्या उसमें मालिक की मर्जी होती है? बेटा देखो, मालिक ने कुदरत का कानून बनाया और कुदरत का कानून कहता है कि जैसा बीज बोओगे वैसी फसल मिलेगी। अगर हम दूसरों से अच्छा बर्ताव करेंगे हमारे साथ अच्छा होगा, दूसरों से बुरा बर्ताव करेंगे हमारे साथ बुरा होगा बेटा। तो जो हमारी किस्मत है ना, वो एक मुकाम पे लाके खड़ा कर देती है। अब आगे आपके ऊपर मुनस्सिर है, जितनी आसानी से आप गलत काम करते हो उतनी आसानी से सही भी कर सकते हो। तो जैसे करेंगे, सही करेंगे कर्म खत्म हो जाएगा, गलत करेंगे एक नया सिलसिला शुरू हो जाएगा, बोझ बढ़ता जाएगा। बाबा जी अब ये बच्चा वापस अपने पिता के घर जाना चाहता है और हमेशा के लिए वहीं रहना चाहता है, तो मेहर करना बाबा जी। कोई बाबा जी मेरा एक ही सवाल है, मैं भजन सिमरन ते बैठनी हाँ, मेरा जी भी लग जाता है। जब मैं धुन ते बैठनी हाँ ना, धुन सुनाई देंदी है ते मैं घबरा जानी हाँ। नहीं बेटा, घबराਉਣ ਦੀ ਗੱਲ ਨਹੀਂ, ਧੁਨ ਤਾਂ ਤਾਕਤ ਹੈ ਬੇਟਾ, ਉਹਦੇ ਨਾਲ ਤਾਂ ਸਾਰੀ ਸ੍ਰਿਸ਼ਟੀ ਬਣੀ ਹੈ, ਉਹਦੇ ਨਾਲ ਆਪਣਾ ਜੀਵਨ ਚੱਲ ਰਿਹਾ ਹੈ। ਹੁਣ ਉਹ ਤਾਕਤ ਆਪਣਾ ਜੇ ਆਪਾਂ ਆਪਣੇ ਆਪ ਨੂੰ ਉਹਦੇ ਨਾਲ ਜੋੜਾਂਗੇ ਤਾਂ ਉਹਦੇ ਨਾਲ ਤਾਂ ਹਿੰਮਤ ਵਧੂਗੀ। ਇਹ ਮਨ ਡਰਾਉਂਦਾ ਹੈ ਕਿ ਆਪਾਂ ਉਹਦੇ ਜਾਲ ਚੋਂ ਨਾ ਨਿਕਲ ਜਾਈਏ, ਠੀਕ ਹੈ ਨਾ। ਸੋ ਆਪਾਂ ਦੇਖਣਾ ਕਿ ਸਾਡੇ ਵਾਸਤੇ ਕਿਸ ਚੀਜ਼ ਦਾ ਫਾਇਦਾ ਹੈ। ਆਪਣਾ ਤਾਂ ਫਾਇਦਾ ਹੈ ਕਿ ਆਪਾਂ ਧੁਨ ਦੇ ਨਾਲ ਜੁੜੀਏ। ਮਨ ਸੋਚਦਾ ਹੈ ਕਿ ਜੇ ਧੁਨ ਦੇ ਨਾਲ ਜੁੜਨਗੇ ਤਾਂ ਮੇਰੇ ਜਾਲ ਚੋਂ ਨਿਕਲ ਜਾਣਗੇ। हाँ मैं घबरा जानी बहुत ਨਾ ਘਬਰਾਉਣ ਦੀ ਲੋੜ ਨਹੀਂ, ਕੁਛ ਨਹੀਂ ਹੁੰਦਾ। बाकी जे तेन तबीयत खराब होवे उस दिन मैं घंटा घंटा दिंदी हाँ, मेरे को 2.5 घंटे नहीं बैठा जाता। नहीं कोई राशन बाबा जी आप जी का बहुत बहुत धन्यवाद जो आपने मुझे यहाँ तक बुलाया और आपके सामने मुझे खड़े होने का मौका मिला। मैं इस लायक नहीं था, फिर भी आपने मुझे यहाँ तक पहुँचाया। बाबा जी मेरा सवाल ये है कि अगर कोई व्यक्ति किसी का अच्छा करता है, किसी के लिए अच्छा सोचता है, वो कितना बड़ा गुनाह है, और किसी के लिए बुरा करता है और किसी का बुरा सोचता है वो कितना सही है? बेटा देखो, हमने किसी का बुरा नहीं करना, दूसरों का हमने ठेका नहीं लिया, हमने अपने कर्मों का हिसाब किताब देना है बेटा। हम किसी का बुरा सोचेंगे तो हमारा बुरा होगा बेटा, हम सभी का भला सोचेंगे हमारे साथ भला होगा। इंसान के बस में बहुत कम चीजें हैं, मगर एक चीज जो इसके बस में है ना, कि वो तराजू चुन सकता है जिसमें तोला जाए। अगर हम सबसे प्यार करेंगे मालिक हमारे साथ प्यार करेगा, हम दूसरों की परख करेंगे हमारी परख होगी। सो इसलिए बेटा सही करें, ठीक है ना, सही करेंगे तो हमारे साथ भी ठीक होगा। बाबा जी जब मैं सही करने की कोशिश करता हूँ तो कोई ना कोई मुझे बीच में टोक देता है कि तू ये कर रहा है, रहने दे इसको। ਉਹ ਤੂੰ ਰਹਿਣ ਦੇ ਉਹਨਾਂ ਨੂੰ, ਆਪਾਂ ਸਾਰੀ ਦੁਨੀਆ ਨੂੰ ਨਹੀਂ ਖੁਸ਼ ਕਰ ਸਕਦੇ, ठीक है ना। आप जो आप ठीक समझती हो वो करो। अगर आप सोचती हो कि दुनिया को खुश कर सकते हैं, बेटा दुनिया कभी खुश नहीं होगी। बाबा जी मेरा अगला सवाल ये है कि मतलब जो चीज हमारे पास है अगर उसकी हमारे पास कदर नहीं है, अगर हम जो काम करते हैं उसकी हमारे पास कदर नहीं है, वो हमें काम करना चाहिए और वो हमें अपने पास चीज रखनी चाहिए या नहीं? बेटा जिस चीज की कदर ही नहीं उन्होंने डर रहना नहीं साढ़े कोले, ठीक है ना। हर एक चीज की कदर करो बेटा, मालिक ने जो भी दिता बहुत चंगा दिता है, कदर करांगे तां ही वधूगा, तो जे कदर ही नहीं करांगे कित्थे रहूगा साढ़े कोले बेटा। बाबा जी आप जी ने मेरा यहाँ तक बहुत साथ दिया है, आगे भी देते रहना। जो चीज मुझे दी है बहुत खुश हूँ उसमें। बस बाबा जी इतने मेहर करना कि मेरे से कभी भी कोई भी काम बुरा मत करवाना, बस जो भी मैं करूँ अच्छा ही करूँ सबका। बाबा जी दया कर दो, दया करते हैं, फुल कृपा करो बाबा जी, हैं फुल कृपा करो। नहीं ਤੁਸੀਂ ਤਾਂ ਐਂ ਖੜੇ ਹੋ ਕੇ ਮੰਗਦੇ ਹੋ ਜਿਵੇਂ ਬਾਬੇ ਨੇ ਟੂਟੀ ਬੰਦ ਕਰਤੀ। ਹੁਣ ਕਿਵੇਂ ਖੋਲੀਏ ਟੂਟੀ? ਨਹੀਂ ਟੂਟੀ ਬੰਦ ਤਾਂ ਲੱਗਦੀ ਹੈ ਤਾਂ ਹੀ ਨਹੀਂ ਕੁਝ ਹੁੰਦਾ ਹੈ। ਤੁਸੀਂ ਦਇਆ ਕਰੋ ਫੁੱਲ, ਉਸ ਦਇਆ ਪਰਦਾ ਖੋਲ ਦੋ ਮੇਰਾ ਬਾਬਾ ਜੀ। ਬੇਟਾ ਦਇਆ ਸਾਨੂੰ ਆਪਣੇ ਉੱਤੇ ਕਰਨ ਦੀ ਲੋੜ ਹੈ। ਮੈਂ ਪਿੰਡ ਜਾਂਦਾ ਮੈਂ ਬੜਾ ਪਰੇਸ਼ਾਨ ਹੁੰਦਾ, ਮੈਨੂੰ ਯਾਦ ਬੜੀ ਆਉਂਦੀ ਹੈ ਤੁਹਾਡੀ, ਰੋਂਦਾ ਪਿੱਟਦਾ ਬਾਬਾ ਜੀ ਮੈਂ ਬਹੁਤ। ਨਹੀਂ ਬੇਟਾ ਦੇਖੋ ਦੁਨੀਆ ਦਾ ਕਾਨੂੰਨ ਹੈ ਜੈਸੀ ਕਰਨੀ ਵੈਸੀ ਭਰਨੀ, ਠੀਕ ਹੈ ਨਾ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੀ ਕਰਨੀ ਵਿੱਚ ਜ਼ਾਹਿਰ ਕਰਾਂਗੇ ਨਾ, ਮਾਲਿਕ ਜ਼ਰੂਰ ਬਖਸ਼ਿਸ਼ ਕਰ। ਬਾਬਾ ਜੀ ਮੈਂ ਭਜਨ ਬੰਨਾ ਪਰ ਕਦੇ ਤਾਂ ਬਣ ਜਾਂਦਾ, ਕਦੇ ਨਹੀਂ ਬਸ ਬਣਦਾ। ਨਾ ਇਹ ਨਾ ਸੋਚੋ, ਤੁਸੀਂ ਪਰਖਾਂ 'ਚ ਨਹੀਂ ਪੈਣਾ, ਤੁਸੀਂ ਬਸ ਕਰੀ ਚੱਲੋ ਬੇਟਾ। ਉਹ ਸਾਡੀ ਕਰਨੀ ਦੇਖਦਾ ਬੇਟਾ। ਤੁਸੀਂ ਤਾਂ ਕੱਲ ਆਈ ਚਲੋ ਫਿਰ, ਕੋਈ ਨਹੀਂ ਤੁਸੀਂ ਬਸ ਕਰੀ ਚੱਲੋ, ਰੁਕਣਾ ਨਹੀਂ ਚਾਹੀਦਾ। ਮੇਰਾ ਪਰਦਾ ਖੋਲੋ ਬਾਬਾ ਜੀ ਕਿਸੇ ਤਰ੍ਹਾਂ।
ਮਿਹਨਤ ਕਰ ਬੇਟਾ। ਆਪਾਂ ਦੇਖੋ ਦੇਣ ਨੂੰ ਤਾਂ ਬਥੇਰਾ ਕੁਝ ਦੇ ਦੂਗਾ, ਪਰ ਆਪਾਂ ਨੂੰ ਕਦਰ ਤਾਂ ਪਵੇ। ਕਦਰ ਕਰਾਂ ਬਾਬਾ ਜੀ, ਜ਼ਰੂਰ ਹੈ ਜ਼ਰੂਰ ਕਰਾਂ ਕਦਰ। ਐ ਮੂੰਹ ਦੇ ਨਾਲ ਨਹੀਂ, ਕਰਨੀ ਦੇ ਨਾਲ ਕਰਾਂ ਬਾਬਾ ਜੀ, ਕਰਨੀ ਦੇ ਨਾਲ। ਫਿਰ ਮੇਰਾ ਦਿਲ ਨਹੀਂ ਲੱਗਦਾ ਘਰ ਜਾ ਕੇ, ਮੈਂ ਰੋਂਦਾ ਪਿੱਟਦਾ ਬਾਬਾ ਜੀ ਬਹੁਤ। ਹਾਂ। ਯਾਦ ਬੜੀ ਆਉਂਦੀ ਆ ਤੁਹਾਡੀ। ਘਰ ਛੋਰ ਹੈ ਨਹੀਂ ਕੋਈ? ਹਾਂਜੀ, ਘਰ ਵਾਲੀ ਹੈ, ਮੰਮੀ ਡੈਡੀ ਹੈ। ਉਹ ਘਰ ਵਾਲੀ ਨੂੰ ਨਾਮਦਾਨ ਦੀ ਬਖਸ਼ਿਸ਼ ਕਰ ਦੋ ਬਾਬਾ ਜੀ। ਹੁਣ ਫਿਰ ਮੈਨੂੰ ਮੌਕਾ ਵੀ ਨਹੀਂ ਮਿਲਣਾ ਫਿਰ ਦੁਬਾਰਾ। ਹਾਂ, ਬੜੀ ਮੁਸ਼ਕਿਲ ਮਿਲਿਆ ਬਾਬਾ ਜੀ। ਇਹ ਬੜੀ ਜ਼ਬਰਦਸਤੀ ਹੈ। ਹਾਂ, ਬਾਪ ਹੈ ਸਾਡਾ ਤਾਂ ਹੀ ਹੈ, ਐਵੇਂ ਨਹੀਂ ਹੈ। ਹਾਂ, ਕਿਸੇ ਹੋਰ ਕੋਲ ਨਹੀਂ ਹੱਥ ਮੰਗਦੇ ਅਸੀਂ। ਹਾਂ। ਬਚ ਨਹੀਂ ਸਕਦੇ।